अस्सलाम वालेकुम। उम्मीद करना सारे ठीक ठाक होगे। अच्छा, एक बंदा ना बड़ा परेशान सी ते ਉਹਨਾਂ ਇੱਕ ਅਕਲਮੰਦ ਬੰਦੇ ਕੋਲ ਗਿਆ। ਉਹਨੂੰ ਜਾ ਕੇ ਆਪਣੀ ਪਰੇਸ਼ਾਨੀ ਦੱਸਦਾ ਤੇ ਕਹਿੰਦਾ ਮੇਰੇ ਘਰ ਨਾ ਇੱਕ ਕਮਰਾ ਹੈ ਤੇ ਮੇਰੀ ਇੱਕ ਬੀਵੀ 6 ਬੱਚੇ ਨੇ, ਮੇਰੀ ਮਾਂ ਹੈ ਤੇ ਮੇਰੀ ਸੱਸ ਹੈ। ਮੈਂ ਡਾਢਾ ਪਰੇਸ਼ਾਨ ਆ, ਮੇਰਾ ਕੋਈ ਹੱਲ ਕਰ। ਉਹ ਜਿਹੜਾ ਅਕਲਮੰਦ ਬੰਦਾ ਸੀ ਉਹਨੇ ਆਖਿਆ ਤੂੰ ਇੰਜ ਕਰ, ਤੂੰ ਨਾ ਇੱਕ ਖੋਤਾ ਲੈ, ਤੂੰ ਆਪਣੇ ਉਸ ਕਮਰੇ 'ਚ ਬੰਦ ਦੇ, 2 ਦਿਨ ਬਾਅਦ ਆ ਕੇ ਮੈਨੂੰ ਦੱਸੀ। ਉਹਨੇ ਖੋਤਾ ਲਿਆ, ਖੋਤਾ ਲੈ ਕੇ ਕਮਰੇ 'ਚ ਬੰਨਤਾ। 2 ਦਿਨਾਂ ਬਾਅਦ ਆਇਆ ਤੇ ਕਹਿੰਦਾ ਯਾਰ ਮੇਰੀ ਪਰੇਸ਼ਾਨੀ ਘਟੀ ਨਹੀਂ, ਵੱਧ ਗਈ ਹੈ। ਤੇ ਉਹਨੇ ਆਖਿਆ ਤੂੰ ਇੰਝ ਕਰ, ਤੂੰ ਇੱਕ ਨਾ ਭੇਡ ਲੈ, ਤੇ ਭੇਡ ਲੈ ਕੇ ਨਾ ਉਹ ਵੀ ਕਮਰੇ 'ਚ ਬੰਨ ਦੇ ਤੇ ਫਿਰ ਆ ਕੇ ਦੱਸ ਮੈਨੂੰ 2 ਦਿਨਾਂ ਬਾਅਦ। ਉਹਨੇ ਭੇਡ ਲਈ, ਲੈ ਕੇ ਤੇ ਕਮਰੇ 'ਚ ਬੰਨਤੀ ਤੇ 2 ਦਿਨਾਂ ਬਾਅਦ ਆਇਆ, ਤੈਨੂੰ ਪੁੱਛਿਆ ਹੁਣ ਦੱਸ। ਤੇ ਕਹਿੰਦਾ ਯਾਰ ਮੇਰੀ ਪਰੇਸ਼ਾਨੀ ਘਟੀ ਨਹੀਂ, ਅੱਗੇ ਨਾ ਹੋਰ ਵੱਧ ਗਈ। ਉਹਨੇ ਆਖਿਆ ਇੱਕ ਮੁਰਗੀ ਲੈ, ਮੁਰਗੀ ਲੈ ਕੇ ਤੇ ਉਹ ਕਮਰੇ 'ਚ ਰੱਖ। ਉਹਨੇ ਮੁਰਗੀ ਲਈ ਤੇ ਕਮਰੇ 'ਚ ਰੱਖੀ ਤੇ ਉਹਨੇ 2 ਦਿਨਾਂ ਬਾਅਦ ਜਾ ਕੇ ਉਹਨੂੰ ਫੇਰ ਪੁੱਛਿਆ ਹੁਣ ਦੱਸ। ਉਹ ਕਹਿੰਦਾ ਯਾਰ ਮੈਂ ਹੁਣ ਦਿਲ ਕਰਦਾ ਕਿ ਖੁਦਕੁਸ਼ੀ ਕਰ ਲਾਂ, ਮਰ ਜਾ ਮੈਂ ਹੁਣ, ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ। ਅੱਛਾ, ਉਹ ਜਿਹੜਾ ਅਕਲਮੰਦ ਬੰਦਾ ਹੈ ਨਾ, ਉਹ ਹੁਣ ਕਹਿੰਦਾ ਕਿ ਤੂੰ ਇੰਝ ਕਰ, ਤੂੰ ਨਾ ਖੋਤਾ ਵੇਚ ਦੇ, ਖੋਤਾ ਵੇਚ ਕੇ ਤੇ ਫਿਰ ਮੈਨੂੰ ਦੱਸ। ਉਹਨੇ ਖੋਤਾ ਵੇਚਿਆ, ਉਹਨੂੰ ਪੁੱਛਿਆ, ਕਹਿੰਦਾ ਹੁਣ ਕੋਈ ਪਰੇਸ਼ਾਨੀ ਮੇਰੀ ਘਟ ਗਈ ਹੈ। 2 ਦਿਨ ਲੰਘੇ, ਉਹਨੇ ਆਖਿਆ ਹੁਣ ਤੂੰ ਭੇਡ ਵੀ ਵੇਚ ਦੇ। ਉਹਨੇ ਭੇਡ ਵੇਚੀ, ਪੁੱਛਿਆ ਹੁਣ, ਕਹਿੰਦਾ ਹੁਣ ਹੋਰ ਪਰੇਸ਼ਾਨੀ ਮੇਰੀ ਘਟ ਗਈ ਹੈ। 2 ਦਿਨ ਲੰਘੇ ਤੇ ਉਹਨੇ ਫਿਰ ਪੁੱਛਿਆ ਤੇ ਉਹਨੇ ਆਖਿਆ ਹੁਣ ਤੂੰ ਇੰਝ ਕਰ, ਉਹ ਜਿਹੜੀ ਮੁਰਗੀ ਹੈ ਨਾ ਉਹ ਵੀ ਵੇਚ ਦੇ। ਉਹਨੇ ਉਹ ਮੁਰਗੀ ਵੀ ਵੇਚ ਦਿੱਤੀ ਤੇ ਉਹਨੇ ਫਿਰ ਪੁੱਛਿਆ ਤੇ ਫਿਰ ਕਹਿੰਦਾ ਜੀ ਮੈਂ ਹੁਣ ਬਿਲਕੁਲ ਠੀਕ ਠਾਕ, ਮੈਨੂੰ ਕੋਈ ਪਰੇਸ਼ਾਨੀ ਨਹੀਂ। ਗੱਲ ਕਰਨ ਦਾ ਮਕਸਦ ਇਹ ਵੇ ਕਿ ਜਿਹੜੇ ਪਾਕਿਸਤਾਨ ਦੇ ਸਿਆਸਤਦਾਨ ਨੇ ਨਾ, ਜਿਹੜੇ ਇਸ ਟਾਈਮ ਹਕੂਮਤਾਂ ਨੇ, ਉਹ ਇਸੇ ਤਰ੍ਹਾਂ ਦਾ ਹੀ ਗੇਮਾਂ ਖੇਡਦੀਆਂ ਨੇ ਸਾਡੇ ਨਾਲ। ਕਿ ਪੈਟਰੋਲ ਘਟਾ ਦਿੱਤਾ ਤੇ ਬਿੱਲ ਵਧਾ ਦਿੱਤਾ, ਜਾਂ ਬਿੱਲ ਘਟਾ ਦਿੱਤਾ ਤੇ ਪੈਟਰੋਲ ਵਧਾ ਦਿੱਤਾ। ਤੁਹਾਨੂੰ ਅਗਲੀ ਮੁਸੀਬਤ ਪੈ ਜਾਂਦੀ, ਪਿਛਲੀ ਭੁੱਲ ਜਾਂਦੀ ਹੈ। ਉਹ ਅਕਲਮੰਦ ਬੰਦੇ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਹੈ ਕਿ ਵੇਖ ਲਓ, ਉਹਨੇ 3 ਜਾਨਵਰ ਰਖਾਏ ਨੇ, ਰਖਾ ਕੇ ਉਹ ਹੀ 3 ਕਢਾ ਦਿੱਤੇ ਨੇ। ਤੇ ਉਹਨੂੰ ਨਾ ਉਹ ਬੱਚਿਆਂ ਦੀ ਫਿਕਰ ਰਹੀ, ਨਾ ਉਹਨੂੰ ਬੀਵੀ ਦੀ, ਨਾ ਉਹਨੂੰ ਮਾਂ ਦੀ, ਨਾ ਸੱਸ ਦੀ। ਜਿੰਨਾ ਦੀ ਉਹ ਪਰੇਸ਼ਾਨੀ ਲੈ ਕੇ ਉਹਦੇ ਕੋਲ ਗਿਆ ਸੀ, ਉਹ ਉੱਥੇ ਦੀਆਂ ਉੱਥੇ ਹੀ ਨੇ। ਉਹ 3